हाँ जी राजे, BA पार्ट 3 मैथमैटिक्स ਅਤੇ BSc पार्ट 3 नॉन मैडिकल ਦੇ स्टूडेंट्स वेलकम है ਤੁਹਾਡਾ मैथमैटिकल मैथड्स ਦੀ ਕਲਾਸ ਦੇ ਵਿੱਚ। ਆਪਾਂ ਨੇ ਪ੍ਰੀਵੀਅਸ ਲੈਕਚਰਸ ਦੇ ਵਿੱਚ ਲੈਪਲੈਸ ਥਿਊਰਮ ਐਂਡ ਪ੍ਰੋਬਲਮਸ ਕਵਰ ਅਪ ਕੀਤੀਆਂ ਸੀਗੀਆਂ। ਅੱਜ ਆਪਣੇ ਕੋਲੇ ਆ ਇਨਵਰਸ ਲੈਪਲੈਸ ਥਿਊਰਮ, ਕਨਵੋਲੂਸ਼ਨ ਥਿਊਰਮ। ਪਹਿਲਾਂ ਆਪਾਂ ਇਨਵਰਸ ਲੈਪਲੈਸ ਦਾ ਟੌਪਿਕ ਕਵਰ ਅਪ ਕਰਦੇ ਹਾਂ। ਇਨਵਰਸ ਲੈਪਲੈਸ ਕਰਨ ਤੋਂ ਪਹਿਲਾਂ ਤੁਹਾਨੂੰ ਲੈਪਲੈਸ ਦੇ ਸਾਰੇ ਰੂਲ ਕਲੀਅਰ ਹੋਣੇ ਚਾਹੀਦੇ ਨੇ, ਠੀਕ ਹੈ। If Laplace transformation of function f of t is f of s, ਤੁਹਾਨੂੰ ਦੱਸਿਆ ਹੋਇਆ ਆ ਕਿ ਕਿਸੇ ਫੰਕਸ਼ਨ ਦੀ ਲੈਪਲੈਸ ਪਤਾ ਕਰਦੇ ਆ ਤਾਂ ਉਹ t ਵਾਲਾ ਵੇਰੀਏਬਲ ਐਲੀਮੀਨੇਟ ਹੋ ਜਾਂਦਾ, s ਚ ਬਾਕੀ ਬਚਦਾ ਆ। ਜੇ f of t ਦੀ ਲੈਪਲੈਸ ਕੱਢੀਏ ਤਾਂ ਉਹ ਕੀ ਬਚਦੀ ਆ, ਕੈਪੀਟਲ f of s। ਦੈਨ ਆਪਾਂ f of t ਨੂੰ ਕੀ ਕਹਿ ਸਕਦੇ ਆ, ਇਨਵਰਸ ਲੈਪਲੈਸ ਟ੍ਰਾਂਸਫਾਰਮੇਸ਼ਨ ਆਫ f of s। ਦੇਖੋ ਧਿਆਨ ਨਾਲ, ਇਹਦੀ ਲੈਪਲੈਸ ਲੈਣੇ ਆ ਤਾਂ ਆ ਚੀਜ਼ ਬਚਦੀ ਆ, ਇਹਦੀ ਇਨਵਰਸ ਲੈਪਲੈਸ ਲਵਾਂਗੇ ਤਾਂ ਆ ਚੀਜ਼ ਬਚੇਗੀ। ਬਸ ਦੋ ਗੱਲਾਂ ਨੇ, ਸਿੰਪਲ ਜੀ ਗੱਲ ਹੈ ਕਿ ਜੇ ਆਪਾਂ f of t ਦੀ ਲੈਪਲੈਸ ਲੈਣੇ ਆ ਤਾਂ ਰਾਈਟ ਹੈਂਡ ਸਾਈਡ ਤੇ ਕੈਪੀਟਲ f of s ਬਚਦਾ। ਜੇ ਕੈਪੀਟਲ f of s ਦੀ ਇਨਵਰਸ ਲੈਪਲੈਸ ਲਈਏ ਤਾਂ ਆ ਚੀਜ਼ ਬਚੂਗੀ। ਇੱਥੇ ਕੀ ਲਿਖਿਆ ਜਾਊਗਾ, ਕੈਪੀਟਲ f of s ਦੀ ਇਨਵਰਸ ਲੈਪਲੈਸ ਕਿਹਦੇ ਬਰਾਬਰ ਆ, f of t ਦੇ। ਸੋ ਇੱਥੇ ਆਪਣੇ ਕੋਲੇ ਕੀ ਹੈ, ਐਗਜ਼ਾਮਪਲ ਦੇ ਵਿੱਚ ਐਜ਼ ਵੀ ਨੋ ਦੈਟ ਦਾ ਰਿਜ਼ਲਟ ਆਫ ਲੈਪਲੈਸ ਟ੍ਰਾਂਸਫਾਰਮੇਸ਼ਨ। ਪਹਿਲਾਂ ਤਾਂ ਜਿੰਨੇ ਲੈਪਲੈਸ ਟ੍ਰਾਂਸਫਾਰਮੇਸ਼ਨ ਦੇ ਰਿਜ਼ਲਟ ਸੀ ਉਹ ਸਾਰੇ ਕਲੀਅਰ ਕਰ ਲਓ। ਆਪਾਂ ਨੇ 1 ਦੀ ਲੈਪਲੈਸ ਕੱਢੀ ਸੀ, 1/s ਆਈ ਸੀ, ਪਤਾ ਨਾ ਕਿ ਨਹੀਂ। 1 ਦੀ ਲੈਪਲੈਸ ਪਤਾ ਕਰਦੇ ਸੀ ਤਾਂ 1/s ਆਉਂਦਾ ਸੀ। ਇਹਦਾ ਮਤਲਬ 1/s ਦੀ ਇਨਵਰਸ ਲੈਪਲੈਸ ਲਵਾਂਗੇ ਤਾਂ ਕੀ ਆਊਗਾ, 1 ਆਊਗਾ। ਫਿਰ ਆਪਾਂ ਨੇ ਕਿਹਾ ਸੀਗਾ ਕਿ t ਦੀ ਪਾਵਰ n ਦੀ ਜਦੋਂ ਲੈਪਲੈਸ ਲੈਂਦੇ ਆ ਤਾਂ n ਫੈਕਟੋਰੀਅਲ ਓਵਰ s ਦੀ ਪਾਵਰ n+1 ਆ ਜਾਂਦਾ। ਹੁਣ ਇਹਦਾ ਮਤਲਬ ਆਪਾਂ ਕਹਾਂਗੇ ਕਿ n ਫੈਕਟੋਰੀਅਲ ਓਵਰ s ਦੀ ਪਾਵਰ n+1 ਦੀ ਜੇ ਇਨਵਰਸ ਲੈਪਲੈਸ ਲਈਏ ਤਾਂ t ਦੀ ਪਾਵਰ n ਬਾਕੀ ਬਚਦੀ ਆ। ਜਾਂ n ਫੈਕਟੋਰੀਅਲ ਨੂੰ ਬਾਹਰ ਕਾਮਨ ਲੈ ਲਓ ਜਾਂ n ਫੈਕਟੋਰੀਅਲ ਨੂੰ ਦੂਜੇ ਪਾਸੇ ਡਿਵਾਈਡ ਕਰ ਦਿਓ। ਹੁਣ ਤੋਂ ਆਪਾਂ ਇਹ ਪੜਿਆ ਕਰਾਂਗੇ ਕਿ 1/s ਦੀ ਪਾਵਰ ਜਿੰਨੀ ਵੀ ਹੈ, 1/s ਦੀ ਕੋਈ ਖਾਸ ਪਾਵਰ ਆ, ਇਹਦੀ ਇਨਵਰਸ ਪਾਵਰ ਲਈਏ ਤਾਂ ਜਿੰਨੀ ਪਾਵਰ ਆ ਉਹਦੇ ਨਾਲੋਂ ਇੱਕ ਘੱਟ t ਦੀ ਪਾਵਰ ਚ ਆ ਜਾਊਗਾ, ਜਿੰਨੀ ਪਾਵਰ ਆ ਉਹਦੇ ਨਾਲੋਂ ਇੱਕ ਘੱਟ ਦਾ ਡਿਨੋਮੀਨੇਟਰ ਚ ਫੈਕਟੋਰੀਅਲ ਆ ਜਾਏਗਾ। 1/s ਦੀ ਪਾਵਰ n+1 ਦੀ ਇਨਵਰਸ ਲੈਪਲੈਸ ਲਈਏ ਤਾਂ ਉੱਪਰ t ਦੀ ਪਾਵਰ n ਆ ਜਾਂਦੀ ਹੈ, ਨੀਚੇ n ਫੈਕਟੋਰੀਅਲ ਆ ਜਾਂਦਾ। ਇੱਥੇ n ਕੀ ਆ, ਆਪਣਾ ਇੰਟੀਜ਼ਰ ਹੈ। ਜੇ n ਇੰਟੀਜ਼ਰ ਨਾ ਹੁੰਦਾ, n ਫ੍ਰੈਕਸ਼ਨ ਹੁੰਦਾ, ਇੰਟੀਜ਼ਰ ਨਾ ਹੁੰਦਾ ਤਾਂ n ਫੈਕਟੋਰੀਅਲ ਦੀ ਜਗ੍ਹਾ ਤੇ ਕੀ ਆ ਜਾਂਦਾ, n+1 ਦਾ ਗਾਮਾ, ਕਿਉਂਕਿ n ਫੈਕਟੋਰੀਅਲ ਕਿਹਦੇ ਬਰਾਬਰ ਹੁੰਦਾ, n+1 ਗਾਮਾ ਦੇ ਬਰਾਬਰ ਹੁੰਦਾ, ਠੀਕ ਹੈ। ਨੈਕਸਟ ਹੁਣ ਸਾਈਨ ਕੋਸ ਦੇ ਆ ਗਏ, ਐਕਸਪੋਨੈਂਸ਼ੀਅਲ ਦੇ ਆ ਗਏ। ਆਪਾਂ ਨੇ ਪਿੱਛੇ ਜੇ ਪੜਿਆ ਸੀਗਾ ਪ੍ਰੀਵੀਅਸ ਲੈਕਚਰਸ ਦੇ ਵਿੱਚ ਕਿ e ਦੀ ਪਾਵਰ ਅਲਫਾ t ਦੀ ਜਦੋਂ ਲੈਪਲੈਸ ਕੱਢਦੇ ਆ ਤਾਂ 1/s - ਅਲਫਾ ਆ ਜਾਂਦੀ ਹੈ। ਇਹਦਾ ਮਤਲਬ 1/s - ਅਲਫਾ ਦੀ ਇਨਵਰਸ ਲੈਪਲੈਸ ਲਵਾਂਗੇ, ਕੀ ਬਚੂਗਾ, e ਦੀ ਪਾਵਰ ਅਲਫਾ t। ਸਾਰੇ ਰੂਲਸ ਬਸ ਇਨਵਰਸ ਹੋ ਰਹੇ ਨੇ, ਬਹੁਤ ਸੌਖਾ ਕੰਮ ਆ। ਉਹਨਾਂ ਰੂਲਸ ਦੀ ਇੱਕ ਲਿਸਟ ਬਣਾ ਲਓ, ਉਹ ਸਾਰੇ ਇਨਵਰਸ ਹੋ ਰਹੇ ਨੇ। ਆਪਾਂ ਨੇ ਪੜਿਆ ਸੀਗਾ ਕਿ ਸਾਈਨ ਅਲਫਾ t ਦੀ ਲੈਪਲੈਸ ਕੀ ਹੁੰਦੀ ਆ, α/s² + α²। ਹੁਣ ਕੀ ਆ ਜਾਊਗਾ, α/s² + α² ਦੀ ਜਦੋਂ ਇਨਵਰਸ ਲੈਪਲੈਸ ਲਵਾਂਗੇ ਤਾਂ ਸਾਈਨ ਅਲਫਾ t ਬਚੂਗਾ। ਇਹਦਾ ਮਤਲਬ ਹੀ ਇਹ ਹੋ ਗਿਆ ਕਿ cos ਅਲਫਾ t ਦੀ ਲੈਪਲੈਸ ਕਿੰਨੀ ਆਉਂਦੀ ਸੀ, s/s² + α²। ਸਾਈਨ ਵੇਲੇ ਕਾਂਸਟੈਂਟ ਆਉਂਦਾ ਹੁੰਦਾ, cos ਵੇਲੇ ਵੇਰੀਏਬਲ s ਆਉਂਦਾ ਹੁੰਦਾ, ਤਾਂ s/s² + α² ਦੀ ਇਨਵਰਸ ਲੈਪਲੈਸ ਲਵਾਂਗੇ ਤਾਂ ਕੀ ਬਚੂਗਾ, cos ਅਲਫਾ t। ਫਿਰ ਹਾਈਪਰਬੋਲਿਕ ਦੀ ਜਦੋਂ ਗੱਲ ਕਰੀਏ, ਹਾਈਪਰਬੋਲਿਕ ਸਾਈਨ ਅਲਫਾ t ਦੀ ਲੈਪਲੈਸ ਆਉਂਦੀ ਸੀ α/s² - α²। ਸਾਈਨ ਵੇਲੇ ਇੱਥੇ ਪਲੱਸ ਆਉਂਦਾ, ਹਾਈਪਰਬੋਲਿਕ ਵੇਲੇ ਮਾਈਨਸ ਆਉਂਦਾ। ਸੋ α/s² - α² ਦੀ ਜਦੋਂ ਇਨਵਰਸ ਲੈਪਲੈਸ ਲੈਂਦੇ ਆ ਤਾਂ ਹਾਈਪਰਬੋਲਿਕ ਸਾਈਨ ਅਲਫਾ t ਬਚਦਾ। ਇਸੇ ਤਰੀਕੇ ਨਾਲ ਹਾਈਪਰਬੋਲਿਕ cos ਅਲਫਾ t ਦੀ ਜਦੋਂ ਲੈਪਲੈਸ ਲੈਂਦੇ ਆ ਤਾਂ ਇਹ ਚੀਜ਼ ਬਾਕੀ ਬਚਦੀ ਆ। ਜਦੋਂ ਇਸ ਚੀਜ਼ ਦੀ ਇਨਵਰਸ ਲੈਪਲੈਸ ਲਵਾਂਗੇ ਤਾਂ ਹਾਈਪਰਬੋਲਿਕ cos ਅਲਫਾ t ਆਊਗਾ। ਉਸ ਤੋਂ ਬਾਅਦ ਚੱਲ ਪਈਆਂ ਇਹਦੀਆਂ ਥਿਊਰਮਸ। ਇਹ ਤਾਂ ਜਰਨਲ ਰੂਲ ਸੀਗੇ, ਹੁਣ ਆ ਗਈਆਂ ਇਹਦੀਆਂ ਥਿਊਰਮਸ। ਲੀਨੀਅਰ ਪ੍ਰੋਪਰਟੀ ਆਫ ਇਨਵਰਸ ਲੈਪਲੈਸ ਥਿਊਰਮ। ਆਪਾਂ ਨੇ ਪੜਿਆ ਆ ਕਿ ਇਹਦੀ ਸਟੇਟਮੈਂਟ ਕੀ ਹੈ ਕਿ ਜੇ f of t ਦੀ ਲੈਪਲੈਸ ਲਈਏ ਕੈਪੀਟਲ f of s ਬਚਦੀ ਆ, ਅਤੇ g of t ਦੀ ਲੈਪਲੈਸ ਲਈਏ ਕੈਪੀਟਲ g of s ਬਚਦੀ ਆ। ਇੱਥੇ f of t ਅਤੇ g of t ਕੋਈ ਵੀ ਦੋ ਫੰਕਸ਼ਨ ਨੇ ਜਿਨ੍ਹਾਂ ਦੀ ਡੋਮੇਨ t ਕੀ ਆ, ਗ੍ਰੇਟਰ ਦੇਨ ਇਕੁਅਲ ਟੂ 0 ਆ, ਤੇ ਅਲਫਾ ਅਤੇ ਬੀਟਾ ਕੋਈ ਹੈ ਨਹੀਂ, ਦੋ ਕੌਨਸਟੈਂਟ ਲੈ ਲਏ ਜਾਂ ਸਕੇਲਰ ਲੈ ਲਏ। ਹੁਣ ਆਪਾਂ ਨੇ ਸ਼ੋਅ ਕੀ ਕਰਕੇ ਦਿਖਾਉਣਾ ਕਿ ਇਨਵਰਸ ਲੈਪਲੈਸ ਹੈ ਜਿਹੜੀ, ਇਹ ਲੀਨੀਅਰ ਕੰਬੀਨੇਸ਼ਨ ਦੇ ਰਿਜ਼ਲਟ ਨੂੰ ਫੋਲੋ ਕਰਦੀ ਆ। ਇੱਧਰ ਪੜੋ ਧਿਆਨ ਨਾਲ, ਆ ਕੀ ਚੀਜ਼ ਆ,
पहला एफ ऑफ एस ਅਤੇ जी ऑफ एस का लीनियर ਕੰਬੀਨੇਸ਼ਨ ले लिया, बाद ਦੇ ਵਿੱਚ ਕੀ ਲਈ ਹੋਈ ਆ ਇਨਵਰਸ ਲੈਪਲਸ। ਇੱਧਰ ਆਪਾਂ ਨੇ ਕੀ ਸ਼ੋ ਕਰਨਾ ਕਿ ਪਹਿਲਾਂ ਕੱਲੇ ਕੱਲੇ ਦੀ ਤੁਸੀਂ ਇਨਵਰਸ ਲੈਪਲਸ ਲੈ ਲਓ, ਬਾਅਦ ਦੇ ਵਿੱਚ ਲੀਨੀਅਰ ਕੰਬੀਨੇਸ਼ਨ ਲਓ। ਇਹਨੂੰ ਕਿਹਾ ਜਾਊਗਾ ਇਨਵਰਸ ਲੈਪਲਸ ਸੈਟੀਸਫਾਈਜ਼ ਦਾ ਲੀਨੀਅਰ ਕੰਬੀਨੇਸ਼ਨ ਪ੍ਰੋਪਰਟੀ, ਲੀਨੀਅਰ ਕੰਬੀਨੇਸ਼ਨ रूल, ਜਾਂ ਕਿਹਾ ਜਾਊਗਾ ਕਿ ਇਨਵਰਸ ਲੈਪਲਸ ਸੈਟੀਸਫਾਈਜ਼ ਦਾ ਲੀਨੀਅਰ ਪ੍ਰੋਪਰਟੀ। ਇੱਕ ਪਾਸੇ ਤੁਸੀਂ ਪਹਿਲਾ ਲੀਨੀਅਰ ਕੰਬੀਨੇਸ਼ਨ ਲੈ ਲਿਆ, ਅਲਫਾ ਟਾਈਮ ਪਹਿਲਾ ਫੰਕਸ਼ਨ, ਬੀਟਾ ਟਾਈਮ ਦੂਜਾ ਫੰਕਸ਼ਨ। ਇਹਦਾ ਮਤਲਬ ਪਹਿਲਾਂ ਲੀਨੀਅਰ ਕੰਬੀਨੇਸ਼ਨ ਲਿਆ, ਬਾਅਦ ਦੇ ਵਿੱਚ ਤੁਸੀਂ ਕੀ ਕੀਤਾ ਇਨਵਰਸ ਲੈਪਲਸ। ਰਾਈਟ ਹੈਂਡ ਸਾਈਡ ਤੇ ਕੀ ਆ, ਪਹਿਲਾਂ ਐਫ ਦੀ ਇਨਵਰਸ ਲੈਪਲਸ ਲੈ ਲਈ, ਇਹਨੂੰ ਅਲਫਾ ਨਾਲ ਮਲਟੀਪਲਾਈ ਕਰਤਾ, ਪਲੱਸ ਜੀ ਦੀ ਇਨਵਰਸ ਲੈਪਲਸ ਲੈ ਲਈ, ਬਾਅਦ ਚ ਬੀਟਾ ਨਾਲ ਮਲਟੀਪਲਾਈ ਕੀਤਾ। ਇੱਕ ਸਾਈਡ ਤੇ ਪਹਿਲਾਂ ਇਹਨੂੰ ਕੰਬੀਨੇਸ਼ਨ ਹੋ ਰਿਹਾ, ਬਾਅਦ ਚ ਇਨਵਰਸ ਹੈ, ਦੂਜੀ ਸਾਈਡ ਤੇ ਪਹਿਲਾਂ ਇਨਵਰਸ ਹੈ, ਬਾਅਦ ਦੇ ਵਿੱਚ ਲੀਨੀਅਰ ਕੰਬੀਨੇਸ਼ਨ ਹੈ। ਇਹਦੀ ਥਿਊਰਮ ਦੀ ਸਟੇਟਮੈਂਟ ਆ, ਇਹਦਾ ਆਪਾਂ ਇਹ ਪ੍ਰੂਫ ਕਰਦੇ ਹਾਂ। ਹੁਣ ਪ੍ਰੂਫ ਕਰਨ ਵੇਲੇ ਸਭ ਤੋਂ ਪਹਿਲਾਂ ਤਾਂ ਆਪਾਂ ਕੱਲੇ ਕੱਲੇ ਫੰਕਸ਼ਨ ਬਾਰੇ ਦੱਸਾਂਗੇ ਕਿ ਐਫ ਆਫ ਟੀ ਦੀ ਲੈਪਲਸ ਲਈਏ ਐਫ ਆਫ ਐਸ, ਬਾਕੀ ਬਚਦਾ ਇਹ ਗਿਵਨ ਹੀ ਆ ਸਟੇਟਮੈਂਟ 'ਚ ਕਿ ਜੀ ਆਫ ਟੀ ਦੀ ਲੈਪਲਸ ਲਈਏ ਕੈਪੀਟਲ ਜੀ ਆਫ ਐਸ, ਕੀ ਬਚਦਾ। ਦੈਨ ਬਾਈ ਲੈਮਾ ਆਪਾਂ ਪ੍ਰੂਵ ਕਰਾਂਗੇ ਇਹਦੇ ਵਿੱਚ ਕਿ ਲੀਨੀਅਰ ਪ੍ਰੋਪਰਟੀ ਆਫ ਲੈਪਲਸ ਟ੍ਰਾਂਸਫੋਰਮੇਸ਼ਨ। ਆਪਾਂ ਨੇ ਲੈਪਲਸ ਟ੍ਰਾਂਸਫੋਰਮੇਸ਼ਨ ਵਾਲੇ ਚੈਪਟਰ 'ਚ ਪੜ੍ਹਿਆ ਸੀਗਾ ਕਿ ਲੈਪਲਸ ਲਈਏ ਜੇ ਅਲਫਾ ਇੰਟੂ ਐਫ ਆਫ ਟੀ ਪਲੱਸ ਬੀਟਾ ਇੰਟੂ ਜੀ ਆਫ ਟੀ ਦੀ, ਤਾਂ ਕਿਹਦੇ ਬਰਾਬਰ ਬਚਦਾ ਅਲਫਾ ਇੰਟੂ ਲੈਪਲਸ ਆਫ ਐਫ ਆਫ ਟੀ ਪਲੱਸ ਬੀਟਾ ਇੰਟੂ ਲੈਪਲਸ ਆਫ ਜੀ ਆਫ ਟੀ। ਇਹ ਲੈਪਲਸ ਵਾਲੇ ਚੈਪਟਰ 'ਚ ਪੜ੍ਹਿਆ ਹੋਇਆ ਰਿਜ਼ਲਟ ਹੈ। ਫਿਰ ਐਫ ਆਫ ਟੀ ਦੀ ਜਦੋਂ ਲੈਪਲਸ ਲੈਂਦੇ ਹਾਂ ਤਾਂ ਕੀ ਬਚਦਾ ਕੈਪੀਟਲ ਐਫ ਆਫ ਐਸ। ਜੀ ਆਫ ਟੀ ਦੀ ਲੈਪਲਸ ਲੈਂਦੇ ਹਾਂ, ਇਹਦੀ ਜਗ੍ਹਾ ਤੇ ਬਚਦਾ ਕੈਪੀਟਲ ਜੀ ਆਫ ਐਸ। ਇਹਦਾ ਮਤਲਬ ਕੀ ਹੋ ਗਿਆ ਕਿ ਜਦੋਂ ਅਲਫਾ ਇੰਟੂ ਐਫ ਆਫ ਟੀ ਪਲੱਸ ਬੀਟਾ ਇੰਟੂ ਜੀ ਆਫ ਟੀ ਦੀ ਲੈਪਲਸ ਲਵਾਂਗੇ ਤਾਂ ਉਹ ਕਿਹਦੇ ਬਰਾਬਰ ਬਚੂਗਾ ਅਲਫਾ ਇੰਟੂ ਐਫ ਆਫ ਐਸ ਪਲੱਸ ਬੀਟਾ ਇੰਟੂ ਜੀ ਆਫ ਐਸ। ਬਾਈ ਡੈਫੀਨੇਸ਼ਨ ਆਫ ਇਨਵਰਸ ਲੈਪਲਸ ਟ੍ਰਾਂਸਫੋਰਮੇਸ਼ਨ, ਹੁਣ ਇਹਦੀ ਜਦੋਂ ਇਨਵਰਸ ਲੈਪਲਸ ਲਵਾਂਗੇ ਤਾਂ ਆਹ ਚੀਜ਼ ਬਚੂਗੀ ਕਿ ਆਹ ਲੈਪਲਸ ਇੱਧਰ ਆ ਕੇ ਕੀ ਆ ਜਾਏਗਾ ਇਨਵਰਸ ਲੈਪਲਸ, ਤਾਂ ਇੱਧਰ ਇਨਵਰਸ ਲੈਪਲਸ ਹੋ ਜੂਗੀ, ਇਨਵਰਸ ਲੈਪਲਸ ਹੋ ਗਈ ਅਲਫਾ ਇੰਟੂ ਐਫ ਆਫ ਐਸ ਪਲੱਸ ਬੀਟਾ ਇੰਟੂ ਜੀ ਆਫ ਟੀ ਦੀ। ਰਾਈਟ ਹੈਂਡ ਸਾਈਡ ਤੇ ਕੀ ਬਚਦਾ ਅਲਫਾ ਇੰਟੂ ਐਫ ਆਫ ਟੀ ਪਲੱਸ ਬੀਟਾ ਇੰਟੂ ਜੀ ਆਫ ਟੀ। ਹੁਣ ਐਫ ਆਫ ਟੀ ਦੀ ਜਗ੍ਹਾ ਤੇ ਕੀ ਲਿਖ ਸਕਦੇ ਆ ਇਨਵਰਸ ਲੈਪਲਸ ਕਿਹਦੀ ਕੈਪੀਟਲ ਐਫ ਆਫ ਐਸ ਦੀ। ਜੀ ਆਫ ਟੀ ਦੀ ਜਗ੍ਹਾ ਤੇ ਕੀ ਲਿਖ ਸਕਦੇ ਆ ਇਨਵਰਸ ਲੈਪਲਸ ਆਫ ਕੈਪੀਟਲ ਜੀ ਆਫ ਐਸ। ਹੋ ਗਿਆ ਰਿਜ਼ਲਟ ਵੀ ਇੱਧਰ ਪਹਿਲਾਂ ਲੀਨੀਅਰ ਕੰਬੀਨੇਸ਼ਨ ਲਿਆ ਹੋਇਆ, ਬਾਅਦ ਚ ਇਨਵਰਸ ਲੈਪਲਸ ਲਈ ਹੋਈ ਆ, ਇੱਧਰ ਕੱਲੇ ਕੱਲੇ ਦੀ ਇਨਵਰਸ ਲੈਪਲਸ ਪਹਿਲਾਂ ਲੈ ਕੇ ਬਾਅਦ ਚ ਲੀਨੀਅਰ ਕੰਬੀਨੇਸ਼ਨ ਕੀਤਾ ਹੋਇਆ। ਆਹ ਰਿਜ਼ਲਟ ਆ ਜਿਹੜਾ ਇਹ ਪਹਿਲਾਂ ਪ੍ਰੂਵ ਕਰਕੇ ਦਿਖਾਉਣਾ ਪਊਗਾ। ਵਾਲਾ ਮੈਂ ਦੱਸ ਵੀ ਦਿੰਨਾ ਕਿ ਕਿੱਥੋਂ ਰਿਜ਼ਲਟ ਲਿਆ ਹੋਇਆ ਇਹ ਆਪਾਂ ਨੇ। ਆ ਸਾਰੇ ਰੂਲਸ ਆਪਾਂ ਨੇ ਪਹਿਲਾਂ ਪ੍ਰੂਵ ਕੀਤੇ ਸੀਗੇ ਲੈਪਲੈਸ ਦੇ ਵਿੱਚ। ਆ ਸੀਗੀ state and prove linear property of Laplace transformation या prove that Laplace transformation satisfies the linear property। ਇਹਦੀ ਆ ਸਟੇਟਮੈਂਟ ਸੀਗੀ ਆਪਣੇ ਕੋਲੇ। ਕੀ ਸੀਗੀ ਸਟੇਟਮੈਂਟ ਕਿ ਐਫ ਆਫ ਟੀ ਦੀ ਲੈਪਲਸ ਅਤੇ ਜੀ ਆਫ ਟੀ ਦੀ ਲੈਪਲਸ ਐਗਜ਼ਿਸਟ ਕਰਦੀ ਆ। ਦੈਨ ਆਪਾਂ ਨੇ ਆਹ ਰਿਜ਼ਲਟ ਲਗਾਇਆ ਸੀ ਅਲਫਾ ਇੰਟੂ ਐਫ ਆਫ ਟੀ ਪਲੱਸ ਬੀਟਾ ਇੰਟੂ ਜੀ ਆਫ ਟੀ ਦੀ ਜਦੋਂ ਲੈਪਲਸ ਲੈਂਦੇ ਆ, ਪਹਿਲਾਂ ਲੀਨੀਅਰ ਕੰਬੀਨੇਸ਼ਨ ਲੈ ਕੇ ਬਾਅਦ ਚ ਲੈਪਲਸ ਲੈ ਰਹੇ ਆ, ਉਧਰ ਕੱਲੇ ਕੱਲੇ ਦੀ ਲੈਪਲਸ ਲੈਣ ਤੋਂ ਬਾਅਦ ਲੀਨੀਅਰ ਕੰਬੀਨੇਸ਼ਨ ਕੀਤਾ ਗਿਆ। ਪਹਿਲਾਂ ਇਹ ਥਿਊਰਮ ਪ੍ਰੂਵ ਕਰਨੀ ਪਊਗੀ, ਇਹ ਆਰਟੀਕਲ ਪ੍ਰੂਵ ਕਰਾਂਗੇ ਐਜ਼ ਏ ਲੈਮਾ, ਫਿਰ ਆਪਾਂ ਇੱਧਰ ਵਧਾਂਗੇ ਦੂਜੇ ਪਾਰਟ ਨਾਲ। ਆਹ ਚੀਜ਼ ਦੀ ਗੱਲ ਕਰ ਰਿਹਾ ਮੈਂ, ਆਹ ਚੀਜ਼ ਆਪਾਂ ਉਧਰੋਂ ਪ੍ਰੂਵ ਕੀਤੀ ਹੈ। ਫਸਟਲੀ ਇਸ ਚੀਜ਼ ਨੂੰ ਪ੍ਰੂਵ ਕਰਨਾ ਪਊਗਾ ਐਜ਼ ਏ ਲੈਮਾ।
ਤਾਂ ਇਹਦਾ ਰਿਜ਼ਲਟ ਹੋਊਗਾ। ਜਿੰਨੀਆਂ ਇਹਦੀਆਂ ਥਿਊਰਮਸ ਨੇ, ਇਨਵਰਸ ਲੈਪਲੈਸ ਦਾ ਚੈਪਟਰ ਬਹੁਤ ਹੀ ਆਸਾਨ ਆ, ਤੁਸੀਂ 2 ਜਾਂ 3 ਦਿਨਾਂ ਦੇ ਵਿੱਚ ਸਾਰਾ ਚੈਪਟਰ ਪੜ੍ਹ ਸਕਦੇ ਹੋ। ਕਾਰਨ ਕੀ ਹੈ, ਇਹਦੇ ਜਿੰਨੇ ਵੀ ਰੂਲਸ ਨੇ, ਜਿੰਨੀਆਂ ਵੀ ਡੈਫੀਨੇਸ਼ਨ ਨੇ, ਜਿੰਨੀਆਂ ਵੀ ਥਿਊਰਮਸ ਨੇ, ਉਹ ਸਾਰੀਆਂ ਪਿਛਲੇ ਚੈਪਟਰ ਤੋਂ ਲਈਆਂ ਗਈਆਂ ਨੇ। ਬਸ ਲੈਪਲੈਸ ਦੀ ਬਜਾਏ ਹੁਣ ਇਨਵਰਸ ਲੈਪਲੈਸ ਆ ਗਿਆ, ਸਾਰੇ ਰੂਲਸ ਦਾ ਰੈਸੀਪ੍ਰੋਕਲ ਹੋ ਜਾਣਾ। ਰੈਸੀਪ੍ਰੋਕਲ ਨਹੀਂ ਕਹਿੰਦੇ ਆਪਾਂ, ਇਨਵਰਸ ਹੋ ਜਾਣਾ। ਸੋ ਇਹਦੀਆਂ ਆਪਦੀਆਂ ਥਿਊਰਮਸ ਆਪਦੇ ਪ੍ਰੂਫ ਨਹੀਂ ਹੈਗੇ, ਇਹਨੇ ਉਹਨਾਂ ਨੂੰ ਹੀ ਹੈਲਪ ਲੈ ਕੇ ਇੱਧਰ ਪ੍ਰੂਵ ਕਰ ਦੇਣਾ। ਉਹ ਤੋਂ ਬਾਅਦ ਇੱਥੇ ਇੱਕ ਮੈਂ ਪਾਰਸ਼ਲ ਫ੍ਰੈਕਸ਼ਨ ਦੀ ਡੈਫੀਨੇਸ਼ਨ ਦੱਸ ਰਿਹਾ ਤੁਹਾਨੂੰ ਕਿ ਪਾਰਸ਼ਲ ਫ੍ਰੈਕਸ਼ਨ ਕੀ ਹੁੰਦੀ ਹੈ। ਵੈਨ ਡਿਗਰੀ ਆਫ ਨਿਊਮਰੇਟਰ ਇਜ਼ ਲੈਸ ਦੈਨ ਦਾ ਡਿਗਰੀ ਆਫ ਡਿਨੋਮੀਨੇਟਰ, ਜਦੋਂ ਨਿਊਮਰੇਟਰ ਦੀ ਡਿਗਰੀ ਘੱਟ ਹੋਵੇ, ਡਿਨੋਮੀਨੇਟਰ ਦੀ ਡਿਗਰੀ ਵੱਧ ਹੋਵੇ, ਫਿਰ ਆਪਾਂ ਨੂੰ ਪਾਰਸ਼ਲ ਫ੍ਰੈਕਸ਼ਨ, ਗਿਵਨ ਫ੍ਰੈਕਸ਼ਨ ਨੂੰ ਆਪਾਂ ਐਦਾਂ ਲਿਖਦੇ ਹਾਂ, ਜਦੋਂ ਨਿਊਮਰੇਟਰ ਦੀ ਡਿਗਰੀ ਵੱਧ ਹੋਵੇ, ਡਿਨੋਮੀਨੇਟਰ ਦੀ ਘੱਟ ਹੋਵੇ, ਫਿਰ ਤਾਂ ਡਿਵਾਈਡ ਹੀ ਹੋ ਜਾਂਦਾ ਹੁੰਦਾ। ਜਦੋਂ ਨਿਊਮਰੇਟਰ ਦੀ ਡਿਗਰੀ ਵੱਧ ਹੋਵੇ ਡਿਨੋਮੀਨੇਟਰ ਨਾਲੋਂ, ਫਿਰ ਤਾਂ ਸਿੱਧਾ ਸਿੱਧਾ ਡਿਵੀਡੈਂਡ ਡਿਵਾਈਜ਼ਰ ਕਰਕੇ ਡਿਵਾਈਡ ਹੀ ਹੋ ਜਾਂਦਾ ਹੁੰਦਾ। ਉੱਪਰਲੀ ਸਟੇਟਮੈਂਟ ਨੂੰ ਨੀਚੇਲੀ ਸਟੇਟਮੈਂਟ ਨਾਲ ਡਿਵਾਈਡ ਕਰ ਸਕਦੇ ਹਾਂ। ਪਰ ਜਦੋਂ ਨਿਊਮਰੇਟਰ ਦੀ ਡਿਗਰੀ ਘੱਟ ਹੈ, ਡਿਨੋਮੀਨੇਟਰ ਦੀ ਡਿਗਰੀ ਵੱਧ ਹੈ, ਉਦੋਂ ਆਪਾਂ ਨੂੰ ਪਾਰਸ਼ਲ ਫ੍ਰੈਕਸ਼ਨਸ ਲਗਾਉਣੀਆਂ ਪੈਂਦੀਆਂ ਨੇ, ਅਧੂਰੀਆਂ ਫ੍ਰੈਕਸ਼ਨਸ ਦੇ ਵਿੱਚ ਲੈ ਕੇ ਜਾਣਾ ਪੈਂਦਾ ਆ। We need to find partial fraction of given whole fraction. Then we can write the given whole fraction into sum of partial fractions. ਦਿੱਤੇ ਹੋਏ ਫ੍ਰੈਕਸ਼ਨ ਦੀਆਂ ਆਪਾਂ ਅਲੱਗ-ਅਲੱਗ ਫ੍ਰੈਕਸ਼ਨਸ ਬਣਾ ਸਕਦੇ ਹਾਂ। ਲੀਨੀਅਰ ਫੈਕਟਰਸ ਆਫ ਡਿਨੋਮੀਨੇਟਰ ਆਫ ਗਿਵਨ ਡਿਗਰੀ, ਡਿਨੋਮੀਨੇਟਰ ਦੇ ਲੀਨੀਅਰ ਫੈਕਟਰ ਬਣਾ ਲੈਣੇ ਨੇ। ਗਿਵਨ ਸਟੇਟਮੈਂਟ ਦੇ ਡਿਨੋਮੀਨੇਟਰ ਦੇ ਲੀਨੀਅਰ ਫੈਕਟਰਸ ਬਣਾਉਣੇ ਆ। ਪਹਿਲਾ ਕੇਸ ਕੀ ਹੁੰਦਾ ਕਿ ਨਿਊਮਰੇਟਰ ਕਿੱਦਾਂ ਦਾ ਆ, ਇਹ +2 ਦੀ ਪਾਰਸ਼ਲ ਫ੍ਰੈਕਸ਼ਨ ਹੈ। +2 ਚ ਪੜ੍ਹ ਕੇ ਆਏ ਹੋ ਨਾ, +2 ਕੀਤੀ ਹੈ ਤੁਸੀਂ ਸਾਰਿਆਂ ਨੇ ਕਿ ਨਹੀਂ ਕੀਤੀ ਹੋਈ ਹੈ? +2 ਚ ਪਾਰਸ਼ਲ ਫ੍ਰੈਕਸ਼ਨ ਦਾ ਟੌਪਿਕ ਸੀਗਾ ਕਿ ਨਹੀਂ ਸੀਗਾ? ਉਹਨੂੰ ਜਾ ਕੇ ਆਪਣੀਆਂ ਬੁੱਕਸ ਚੋਂ ਦੇਖਿਓ, ਲੱਭਿਓ, ਸਮਝ ਲੱਗ ਜਾਊਗਾ। ਵੈਸੇ ਮੈਂ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਿਊਮਰੇਟਰ ਦੇ ਨੀਚੇ ਦਿੱਤੀ ਹੋਈ ਫ੍ਰੈਕਸ਼ਨ ਹੈ, ਈਚ ਫੈਕਟਰ ਇਜ਼ ਲੀਨੀਅਰ ਵਿਦ 1 ਡਿਗਰੀ, ਹਰੇਕ ਫੈਕਟਰ ਲੀਨੀਅਰ ਆ 1 ਡਿਗਰੀ ਦੇ ਨਾਲ। ਤਾਂ ਪਾਰਸ਼ਲ ਫ੍ਰੈਕਸ਼ਨ ਕੀ ਆ ਜਾਊਗਾ, ਏ ਦੇ ਨੀਚੇ ਪਹਿਲਾ ਫੈਕਟਰ, ਬੀ ਦੇ ਨੀਚੇ ਦੂਜਾ ਫੈਕਟਰ, ਸੀ ਦੇ ਨੀਚੇ ਤੀਜਾ ਫੈਕਟਰ, ਐਵੇਂ ਚੱਲੀ ਜਾਊਗਾ। ਦੂਜਾ ਕੇਸ ਕੀ ਹੈ ਕਿ ਕੋਈ ਇੱਕ ਫੈਕਟਰ ਰਿਪੀਟ ਕਰਦਾ। ਮੰਨ ਲਓ ਨਿਊਮਰੇਟਰ ਆ ਸੀ, ਡਿਨੋਮੀਨੇਟਰ ਚ ਕੀ ਹੈ, ਇੱਕ ਫੈਕਟਰ ਤਾਂ ਆ ਸੀ, ਆਹ ਫੈਕਟਰ 2 ਵਾਰੀ ਆ ਗਿਆ। ਇਹਦਾ ਮਤਲਬ ਕਿ ਏ ਦੇ ਨੀਚੇ ਪਹਿਲਾ ਫੈਕਟਰ, ਬੀ ਦੇ ਨੀਚੇ ਦੂਜਾ ਫੈਕਟਰ, ਸੀ ਦੇ ਨੀਚੇ ਉਸ ਫੈਕਟਰ ਦੀ ਪਾਵਰ 2। ਆ 2 ਵਾਰੀ ਆਉਂਦਾ ਸੀ ਨਾ, ਇੱਕ ਵਾਰੀ ਇੱਥੇ ਆਊਗਾ ਬੀ ਦੇ ਵਿੱਚ, ਇੱਕ ਵਾਰੀ ਇਹਦੀ ਪਾਵਰ 2 ਆਊਗੀ। ਜੇ ਇਹਦੀ ਪਾਵਰ 3 ਹੁੰਦੀ ਤਾਂ ਕੀ ਆਉਂਦਾ, ਏ ਦੇ ਨੀਚੇ ਪਹਿਲਾ ਵੱਖਰਾ ਫੈਕਟਰ, ਬੀ ਦੇ ਨੀਚੇ ਇਹਦੀ ਪਾਵਰ 1, ਸੀ ਦੇ ਨੀਚੇ ਇਹਦੀ ਪਾਵਰ 2, ਡੀ ਦੇ ਨੀਚੇ ਇਹਦੀ ਪਾਵਰ 3। ਫਿਰ ਜਿਵੇਂ ਆ ਸੀ ਨਿਊਮਰੇਟਰ ਦੇ ਨੀਚੇ 2 ਅਲੱਗ-ਅਲੱਗ ਫੈਕਟਰ ਨੇ, ਇਹਦੀ ਪਾਵਰ 3 ਹੈ। ਐਵੇਂ ਹੀ ਆ, ਏ ਦੇ ਨੀਚੇ ਪਹਿਲਾ ਫੈਕਟਰ, ਬੀ ਦੇ ਨੀਚੇ ਦੂਜਾ, ਸੀ ਦੇ ਨੀਚੇ x, ਡੀ ਦੇ ਨੀਚੇ ਉਹਦੀ ਪਾਵਰ 2, ਈ ਦੇ ਨੀਚੇ ਉਹਦੀ ਪਾਵਰ 3, ਐਵੇਂ ਅੱਗੇ ਵੱਧਦਾ ਰਹੂਗਾ। ਫਿਰ ਨੈਕਸਟ ਕੀ ਹੈ ਕਿ ਨਿਊਮਰੇਟਰ ਦੇ ਡਿਨੋਮੀਨੇਟਰ 'ਚ ਇੱਕ ਵੱਖਰਾ ਫੈਕਟਰ, ਇੱਥੇ ਆਪਣੇ ਕੋਲੇ ਲੀਨੀਅਰ ਫੈਕਟਰ ਨਹੀਂ ਹੈਗਾ, 2 ਆਰਡਰ ਦੀ ਸਟੇਟਮੈਂਟ ਆ, 2 ਆਰਡਰ ਇਕੁਏਸ਼ਨ ਆ, ਡੂ ਨਾਟ ਲੀਨੀਅਰ ਫੈਕਟਰਸ, ਡੂ ਨਾਟ ਹੈਵ ਲੀਨੀਅਰ ਫੈਕਟਰਸ। ਕਿੱਦਾਂ ਦੀ ਆ, px² + qx + d ਆ, ਮੰਨ ਲਓ ਇਹਦੇ ਫੈਕਟਰ ਹੀ ਨਹੀਂ ਬਣਦੇ। ਫਿਰ ਆਪਣੇ ਕੋਲੇ ਪਾਰਸ਼ਲ ਫ੍ਰੈਕਸ਼ਨ ਕੀ ਆ ਜੂਗੀ, a ਦੇ ਨੀਚੇ ਪਹਿਲਾ ਲੀਨੀਅਰ ਆਰਡਰ ਦਾ ਫੈਕਟਰ, bx + c ਦੇ ਨੀਚੇ ਉਹ 2 ਆਰਡਰ ਦੀ ਸਟੇਟਮੈਂਟ ਜਿਹਦੇ ਫੈਕਟਰ ਨਹੀਂ ਬਣਦੇ। bx + c ਦੇ ਨੀਚੇ ਉਹ 2 ਆਰਡਰ ਦੀ ਸਟੇਟਮੈਂਟ ਜਿਹਦੇ ਤੁਹਾਡੇ ਕੋਲੋਂ ਫੈਕਟਰ ਨਹੀਂ ਬਣ ਰਹੇ। ਠੀਕ ਹੈ, ਐਵੇਂ ਹੀ ਆ ਸੀਗਾ ਕਿ 2 ਆਰਡਰ ਦੀ ਸਟੇਟਮੈਂਟ ਹੈ, ਇਹਦੇ ਫੈਕਟਰ ਨਹੀਂ ਬਣਦੇ, ਇੱਥੇ x² ਆ, ਤਾਂ ਪਹਿਲਾਂ a ਦੇ ਨੀਚੇ x, b ਦੇ ਨੀਚੇ x², ਹੁਣ 2 ਆਰਡਰ ਦੀ ਸਟੇਟਮੈਂਟ ਜਿਹਦੇ ਫੈਕਟਰ ਨਹੀਂ ਬਣਦੇ, cx + d। ਇਹਨੂੰ ਭਾਵੇਂ ਅੱਗੇ ਲਿਖ ਲੈਂਦੇ, a ਦੇ ਨੀਚੇ ਪਹਿਲਾਂ ਕੀ ਆ ਜਾਂਦਾ, ax + b, ਉਹਦੇ ਨੀਚੇ ਆ 2 ਆਰਡਰ ਦੀ ਸਟੇਟਮੈਂਟ ਆ ਜਾਂਦੀ। ਫਿਰ ਕੀ ਆ ਜਾਂਦਾ, c ਦੇ ਨੀਚੇ x, d ਦੇ ਨੀਚੇ x², ਐਵੇਂ ਲਿਖ ਲੈਂਦੇ ਭਾਵੇਂ। ਮੰਨ ਲਓ ਇਹਦੀ ਪਾਵਰ 2 ਆ, ਪਹਿਲਾਂ ਇੱਕ ਵਾਰੀ x ਆਊਗਾ, ਫਿਰ ਇਹਦੀ ਪਾਵਰ 2 ਆਊਗੀ, ਫਿਰ ਇਹਦੀ ਵਾਰੀ ਆਊਗੀ। ਹੁਣ ਮੰਨ ਲਓ ਕੀ ਆ, ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ, x² ਵੀ ਆ ਗਿਆ, ਵੱਖਰਾ ਫੈਕਟਰ ਵੀ ਆ ਗਿਆ, 3 ਆਰਡਰ ਦੀ ਸਟੇਟਮੈਂਟ ਆ ਗਈ ਜਿਹਦੇ ਫੈਕਟਰ ਨਹੀਂ ਬਣਦੇ। ਪਹਿਲਾਂ ਆਪਾਂ ਕੀ ਲਿਖ ਲਾਂਗੇ, a ਦੇ ਨੀਚੇ x, b ਦੇ ਨੀਚੇ x², ਫਿਰ c ਦੇ ਨੀਚੇ ਇਹਦੀ ਵੱਖਰਾ ਫੈਕਟਰ ਆ ਗਿਆ, 1 ਆਰਡਰ ਵਾਲਾ ਫੈਕਟਰ ਆ ਗਿਆ। ਹੁਣ ਗੱਲ ਕਰਦੇ ਆ ਇਹ ਇਕੁਏਸ਼ਨ ਦੀ, ਇਹਦੇ 3 ਆਰਡਰ ਦੀ ਸਟੇਟਮੈਂਟ ਆ, ਫੈਕਟਰ ਨਹੀਂ ਬਣਦੇ, ਤਾਂ ਉੱਪਰ 3 ਆਰਡਰ ਦੀ ਨਿਊਮਰੇਟਰ ਲੈਣਾ ਪਊਗਾ, dx²
ई एक्स प्लस एफ, तीन कॉन्सटेंट वाला, सॉरी तीन ऑर्डर का नहीं, तीन कॉन्सटेंट वाला डी एक्स स्केयर ई एक्स एफ, ये नीचे तीन ऑर्डर की स्टेटमेंट। इदां दे रूल्स ने कि पार्शल फ्रैक्शन दे, इन्हों ध्यान नाल कवर अप करियो। होर भी रूल हैगे ने कि मान लो दो ऑर्डर की स्टेटमेंट आ सी, ये भी नहीं फैक्टर बनते, दो ऑर्डर की स्टेटमेंट आह ये भी नहीं फैक्टर बनते, तो ए एक्स प्लस बी के नीचे दो ऑर्डर की स्टेटमेंट, फिर बाद च सी एक्स प्लस डी के नीचे वक्री दो ऑर्डर की स्टेटमेंट जिहदे फैक्टर नहीं बन रहे। मान लो आ सीगा स्टार के नीचे एस की पावर 4 प्लस 4 अल्फा की पावर 4 आ। फस्टली वी हैव टू राइट द डिनोमीनेटर इन फैक्टर्स, ये फैक्टर्स बनावांगे, इदा ये फैक्टर्स बना ले, फिर ये फैक्टर्स तो अपने नैक्सट लीनियर फैक्टर्स बन गए, इदा के फैक्टर आ गए, दो फैक्टर आ गए, तो ए एक्स प्लस बी के नीचे पहला फैक्टर जिहदे फैक्टर नहीं बनते, सी एस प्लस डी के नीचे अगला फैक्टर। मैं कुछ रूल्स लिखे ने इन डिफरेंट केसेस अकॉर्डिंग टू द फैक्टर्स ऑफ डिनोमीनेटर वी हैव टू एक्सप्रैस द गिवन होल फ्रैक्शन इनटू सम ऑफ पार्शल फ्रैक्शंस। ਵੱਖ-ਵੱਖ केसां दे विच उन्हां दे फैक्टर्स दे मुताबिक तुसीं दित्ती हुई फ्रैक्शन दीयां बाकी फ्रैक्शंस बना लेणीਆਂ ने। नाउ प्रोडक्ट बोथ साइड्स विद द डिनोमीनेटर इन गिवन फ्रैक्शन, बाद दे विच दोवां पासे डिनोमीनेटर नाल मल्टीप्लाई कर देनी आ, इधरला डिनोमीनेटर का कैंसल ही हो जाऊगा, कला न्यूमरेटर रह जाऊगा। इधर तुहाडे कोले लेट सम ऑफ पार्शल फ्रैक्शंस ए बी सी डी, इहदे नाल डिनोमीनेटर मल्टीप्लाई कर लांगे आपां, क्योंकि आप पूरी पार्शल फ्रैक्शन सी, इधर डिनोमीनेटर नाल मल्टीप्लाई करांगे, कुछ क फैक्टर कैंसल हो जाएंगे, कुछ क बच जाएंगे। इधर यह सम की स्थिति पर डिपेंड करता ना। हुण उस तो बाद की करीदा हुंदा, लैफ्ट हैंड साइड दे नाल राइट हैंड साइड दीयां टर्म्स नूं कंपेयर करदे हुंदे आ, कंपेयर करके किन्हां दी वैल्यू कढदे हुंदे आ, वैल्यूज ऑफ ए बी सी डी कॉन्सटेंट ने जिहड़े, इन्हां कॉन्सटेंट की वैल्यू फाइंड आउट करके बाद च फाइनली कित्थे पुट करदे हुंदे आ, जिहड़ी पार्शल फ्रैक्शन आपां ने मन्नी सी। ये प्लस 2 के क्वेश्चन ने, ध्यान नाल समझण की कोशिश करियो। इनवर्स लैपलेस का चैप्टर तुहाडा बहुत आसानी नाल हो जाऊगा जे तुहानूं पार्शल फ्रैक्शन आउंदी है। अज भावें कुछ ना पढ़ के जाओ, पार्शल फ्रैक्शन की हुंदी है, किवें फैक्टर बनाउणे आ, कल्ली यही चीज़ समझ के चले जाओ। पार्शल फ्रैक्शन की ये बहुत ज़्यादा लोड़ पऊगी। ये की है, दिस लीनियर प्रॉपर्टी ऑफ इनवर्स लीनियर ट्रांसफॉर्मेशन कैन बी एक्सटेंड एनी नंबर ऑफ गिवन फ्रैक्शंस, किसी भी फ्रैक्शन के उपर लगाई जा सकती है। जिवें आपां ने दो ऑर्डर की फैक्टर बनाई सीगी, हुण इत्थे की आ गया अल्फा 1 F1 अल्फा 2 F2 तो लैके अल्फा n FN आ, इन्हां सारियां दा पहला लीनियर कंबीनेशन किया गया, बाद च इनवर्स लैपलेस लई गई है। राइट हैंड साइड से कल्ले कल्ले दी इनवर्स लैपलेस पहला ले लो, बाद च लीनियर कंबीनेशन लगा दो, ये उही लीनियर प्रॉपर्टी की एक्सटेंशन होगी। वो मैं पार्शल फ्रैक्शन वाले विच पेज लगाते सीगे। पहला नोट की है इत्थे रिमार्क, इफ इन प्रॉब्लम्स वी हैव टू फाइंड द इनवर्स लैपलेस ऑफ गिवन फंक्शन, then firstly we have to think either result of Laplace transformation can be used or या ਤਾਂ ਤੁਹਾਡੇ ਕੋਲੇ ਸਿੱਧਾ ਸਿੱਧਾ ਕਿਸੇ रूल लग जूगा कोई ना कोई, भी एक्सपोनेंशियल का रूल लगता, साइन का, कॉस का, हाइपरबोलिक का या एक्सपोनेंशियल का या किहदा रूल लगता, या तो वो सोच के देख लेना किहड़ा रूल लगता। और मोस्टली वी हैव टू डू, बहुत इंपॉर्टेंट है, we have to do partial fraction of given function, then by using linear property of inverse Laplace transformation we can easily find the inverse Laplace of given partial fraction। अब बहुत इंपॉर्टेंट है, ये लई ज़्यादातर प्रॉब्लम्स दे विच पार्शल फ्रैक्शन ही है, तुहाडी दित्ती हुई स्टेटमेंट की पार्शल फ्रैक्शन लगा के तुसीं उहनूं वख-वख फ्रैक्शनां च वंड लेना, बाद दे विच कल्ले-कल्ले पार्ट दे उपर इनवर्स लैपलेस ला देनी। ਆਪਾਂ ਕਰਾਂਗੇ ਇਹਨਾਂ ਦੇ ਕੁਐਸਚਨ ਕਰਾਂਗੇ, ਮੈਂ ਬੋਰਡ ਤੇ ਇੱਥੇ ਕਰਵਾਉਂ ਤੁਹਾਨੂੰ ਕੁਐਸਚਨਸ। ਨੈਕਸਟ ਰੂਲ ਕੀ ਆ, ਇਨ ਸਮ ਟਿਪੀਕਲ ਪ੍ਰੋਬਲਮਸ ਵੈਨ ਵਨ ਫੰਕਸ਼ਨ ਇਨ ਰੈਡੀਕਲ ਟਰਮਸ, ਰੈਡੀਕਲ ਟਰਮਸ ਕੀ ਹੁੰਦੀਆਂ ਨੇ, ਜਿਨ੍ਹਾਂ ਦੀਆਂ ਪਾਵਰਾਂ ਫ੍ਰੈਕਸ਼ਨ ਚੋਣ, ਠੀਕ ਹੈ, ਆਫ ਐਸ, ਦੈਨ ਫਸਟਲੀ ਐਕਸਪੈਂਡ ਦਾ ਗਿਵਨ ਫੰਕਸ਼ਨ ਯੂਜ਼ਿੰਗ ਰਿਕੁਆਇਰਡ ਐਕਸਪੈਂਸ਼ਨ ਫੰਕਸ਼ਨ of a formal function, then we can find the inverse Laplace transformation of that expansion। जिवें हुण आ एग्जांपल आ गई,
ਆ ਸਾਰੇ ਸਮ ਇਹੋ ਜਿਹੇ ਨੇ। ਆ ਸੀ ਸਾइन अंडर रूट एस आ गया, ਇਹਦਾ ਸਿੱਧਾ ਸਿੱਧਾ ਕੋਈ ਫਾਰਮੂਲਾ ਹੀ ਨਹੀਂ ਹੈਗਾ, है ना। साइन एस ਹੁੰਦਾ, साइन अल्फा एस ਹੁੰਦਾ, ਫਿਰ ਬਣ ਜਾਂਦਾ। ਇਹਦੇ ਤੇ ਆਪਾਂ साइन थीटा ਦਾ ਫਾਰਮੂਲਾ ਲਗਾ ਦਾਂਗੇ। ਪਹਿਲਾਂ साइन थीटा ਦਾ e ਦੀ ਪਾਵਰ थीटा ਦਾ ਫਾਰਮੂਲਾ ਲਗਾ ਦਿਓ। ਜਿਵੇਂ ਆਹ ਕੁਐਸਚਨ ਹੀ ਆ ਗਿਆ, e ਦੀ ਪਾਵਰ -1/s ਆ, e ਦੀ ਪਾਵਰ थीटा ਦਾ ਤੁਹਾਨੂੰ ਫਾਰਮੂਲਾ ਆਉਂਦਾ ਨਾ, e ਰੇਜ਼ਡ ਪਾਵਰ थीटा ਦਾ ਪਹਿਲਾਂ ਫਾਰਮੂਲਾ ਲਗਾਓ, ਉਹਦੀ ਐਕਸਪੈਂਸ਼ਨ ਕਰੋ, ਬਾਅਦ ਚ ਉਹਨੂੰ 1/s ਨਾਲ ਮਲਟੀਪਲਾਈ ਕਰੋ, ਫਿਰ ਉਹਦੀ ਇਨਵਰਸ ਲੈਪਲੇਸ ਲਵਾਂਗੇ। ਜਿਵੇਂ ਆਹ ਕੁਐਸਚਨ ਆ, साइन अंडर रूट एस आ, पहला तो साइन थीटा का फॉर्मूला लगावांगे, ठीक है। एस माइनस एस स्क्वायर ओवर एस 2 फैक्टोरियल प्लस एस की पावर 4/4 फैक्टोरियल वगैरह जो भी लगता है, ठीक है। बाद दे विच कल्ले कल्ले पार्ट के उपर इनवर्स लैपलेस लगा देंगे। ये टिपिकल प्रॉब्लम्स हो गई। हुण दसो फर्स्ट शिफ्टिंग थ्योरम वगैरह काम करिए स्टार्ट अगे या कल करना? ਅੱਜ ਫਿਰ ਪਾਰਸ਼ਲ ਫ੍ਰੈਕਸ਼ਨ ਸਮਝ ਕੇ ਆਇਓ। ਕੱਲ ਤੋਂ ਤੁਹਾਡੀਆਂ ਥਿਊਰਮਸ ਸਟਾਰਟ ਹੋ ਜਾਣਗੀਆਂ, ਫਰਸਟ ਸ਼ਿਫਟਿੰਗ ਥਿਊਰਮ, ਸੈਕੰਡ ਸ਼ਿਫਟਿੰਗ ਥਿਊਰਮ, ਰਿਪਲੇਸਮੈਂਟ ਥਿਊਰਮ, ਪਲੇਸਮੈਂਟ ਥਿਊਰਮ, ਠੀਕ ਹੈ, ਜਿਹੜੀਆਂ ਵੀ ਨੇਗੀਆਂ ਕੱਲ ਤੋਂ ਸਟਾਰਟ ਕਰਾਂਗੇ ਆਪਾਂ ਥਿਊਰਮਸ। ਅੱਜ ਤੁਸੀਂ ਕੀ ਕੰਮ ਕਰਨਾ, ਇਹਦੀਆਂ ਬੇਸਿਕ ਡੈਫੀਨੇਸ਼ਨਸ ਪੜ੍ਹ ਲੈਣੀਆਂ ਨੇ ਸਾਰੀਆਂ। ਇੱਕ ਉਹ ਪ੍ਰੋਪਰਟੀ ਹੋ ਗਈ ਲੀਨੀਅਰ ਪ੍ਰੋਪਰਟੀ, ਉਹਦੇ ਨਾਲ ਦੇ ਕੁਐਸਚਨਸ ਹੋ ਜਾਣਗੇ। ਇੱਕ ਪਾਰਸ਼ਲ ਫ੍ਰੈਕਸ਼ਨ ਹੋ ਜੂਗੀ, ਉਹਨੂੰ ਬਹੁਤ ਧਿਆਨ ਨਾਲ ਸਮਝ ਕੇ ਆਉਣਾ। ਜੇ ਤੁਹਾਨੂੰ ਪਾਰਸ਼ਲ ਫ੍ਰੈਕਸ਼ਨ ਸਮਝ ਨਾ ਲੱਗੀ, ਇਸ ਚੈਪਟਰ ਨੇ ਹੋਣਾ ਨਹੀਂ ਤੁਹਾਡੇ ਤੋਂ। और इस चैप्टर चो एक या दो क्वेश्चन लॉन्ग आंसर के लाजमी आउणगे, एक तो डेफिनेटली आऊगा ही आऊगा, दो भी आ सकते हैं।